ਕਲਗੀਧਰ ਪਾਤਸ਼ਾਹ ਮਹਾਰਾਜ ਜੀ ਸਰਬੰਸਦਾਨੀ ਹਨ। ਤਿਨਾਂ ਦੇ ਇਸ ਸਥਾਨ ਤੇ ਆਪਾਂ ਦਰਸ਼ਨ ਕਰ ਰਹੇ ਹਾਂ ਤੇ ਝਾੜ ਸਾਹਿਬ ਤੋਂ ਹੁੰਦੇ ਹੋਏ ਮਹਾਰਾਜ ਇਸ ਸਥਾਨ ਤੇ ਖੂਹ ਸਾਹਿਬ ਤੇ ਪਹੁੰਚੇ। ਇਸ ਖੂਹ ਸਾਹਿਬ ਦਾ ਜਿਹੜਾ ਇਤਿਹਾਸ ਹੈ, ਮਹਾਰਾਜ ਜੀ ਨੇ ਆ ਕੇ ਜਲ ਛਕਿਆ, ਟਿੰਡ ਦਾ ਸਰਾਣਾ ਲਾ ਕੇ ਇਸ ਜੰਡ ਸਾਹਿਬ ਦੇ ਹੇਠਾਂ ਆਰਾਮ ਕੀਤਾ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਜੁੜੇ ਹੋ ਰਹਿਮਤ ਟੀਵੀ ਦੇ ਨਾਲ। ਮੈਂ ਹਰਵਿੰਦਰ ਖੰਨਾ ਸਵਾਗਤ ਕਰਦਾ। ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਸ਼੍ਰੀ ਚਰਨ ਕਮਲ ਸਾਹਿਬ ਮਾਛੀਵਾੜਾ ਸਾਹਿਬ ਵਿੱਚ। ਉਰੇ ਅਸੀਂ ਜਿੰਨੀ ਵੀ ਸਾਡੀ ਸੰਗਤ ਆ, ਅਸੀਂ ਉਰੇ ਦੇ ਇਤਿਹਾਸ ਬਾਰੇ ਜਾਣੂ ਕਰਵਾਵਾਂਗੇ ਤੇ ਇਸ ਇਤਿਹਾਸ ਨੂੰ ਦੱਸਣ ਲਈ ਸਾਡੇ ਨਾਲ ਬਾਬਾ ਜੀ ਮੌਜੂਦ ਹੋਣਗੇ। ਆਪਣਾ ਦਾ ਸਵਾਗਤ ਕਰਦੇ ਹਾਂ। ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਇਸ ਜਗ੍ਹਾ ਤੇ ਆਪਾਂ ਖੜੇ ਹਾਂ, ਉਰੇ ਜਿਵੇਂ ਅਸੀਂ ਖੂਹ ਦੇਖ ਪਾ ਰਹੇ ਹਾਂ, ਇਸ ਖੂਹ ਬਾਰੇ ਜ਼ਰੂਰ ਸਾਡੇ ਸੰਗਤ ਨੂੰ ਜ਼ਰੂਰ ਜਾਣੂ ਕਰਵਾਓ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਰਬੰਸਦਾਨੀ ਸਤਿਗੁਰੂ ਚੋਜੀ ਪ੍ਰੀਤਮ ਪੁੱਤਰਾਂ ਦੇ ਦਾਨੀ, ਆਨੰਦਪੁਰ ਦੇ ਵਾਸੀ, ਖਾਲਸੇ ਦੇ ਪਿਤਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ 6 ਪੋਹ ਦੀ ਰਾਤ ਨੂੰ ਸ਼੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਦੇ ਉਪਰੰਤ ਇਸ ਮਾਛੀਵਾੜਾ ਸਾਹਿਬ ਦੇ ਅਸਥਾਨ ਤੇ 8 ਪੋਹ ਦੀ ਰਾਤ ਨੂੰ ਪਹੁੰਚਦੇ ਹਨ। ਤਿੰਨਾਂ ਸਤਿਗੁਰਾਂ ਨੇ ਆਪਣੇ ਸਾਹਿਬਜ਼ਾਦਿਆਂ ਨੂੰ ਆਪ ਮੈਦਾਨੇ ਜੰਗ ਵਿੱਚ ਚਮਕੌਰ ਸਾਹਿਬ ਦੀ ਗੜੀ ਵਾਰੋ ਵਾਰ ਤੋਰਿਆ ਔਰ ਐਸੇ ਦੀਨ ਦਿਆਲ ਪਾਤਸ਼ਾਹ ਸਤਿਗੁਰੂ ਜੀ ਅਗਲੇ ਦਿਨ ਆਪ ਵੀ ਮੈਦਾਨੇ ਜੰਗ ਵਿੱਚ ਜਾਣ ਦੀ ਤਿਆਰੀ ਕਰ ਰਹੇ ਸਨ। ਉਸ ਸਮੇਂ ਸਤਿਗੁਰੂ ਦੇ ਸਨਮੁਖ ਹੋ ਕੇ ਪੰਜਾਂ ਪਿਆਰਿਆਂ ਨੇ ਹੁਕਮ ਰੂਪ ਦੇ ਵਿੱਚ ਬੇਨਤੀ ਕੀਤੀ ਕਿ ਤੁਹਾਡੇ ਅਜੇ ਵੀ ਸਾਨੂੰ ਜ਼ਰੂਰਤ ਹੈ। ਤੁਹਾਡਾ ਜਿਹੜਾ ਜੀਵਨ ਹੈ ਉਹ ਸਾਡੇ ਵਾਸਤੇ ਬਹੁਤ ਵੱਡੀ ਅਹਿਮੀਅਤ ਰੱਖਦਾ ਹੈ। ਇਹ ਜਿਹੜਾ ਆਪ ਦਾ ਸਮੁੱਚਾ ਜਿਹੜਾ ਜੀਵਨ ਹੈ, ਕਲਗੀਧਰ ਪਾਤਸ਼ਾਹ ਨੂੰ ਕਹਿੰਦੇ ਇਹ ਦੁਬਾਰਾ ਨਹੀਂ ਵਾਰ-ਵਾਰ ਮਿਲ ਸਕਦਾ। ਸਾਹਿਬਜ਼ਾਦਿਆਂ ਨੇ ਸ਼ਹਾਦਤਾਂ ਦਿੱਤੀਆਂ ਨੇ, ਤੁਸੀਂ ਵੀ ਸ਼ਹਾਦਤ ਦੇਣ ਲਈ ਤਿਆਰ ਹੋ, ਪਰ ਸਿੱਖ ਪੰਥ ਦਾ ਕੀ ਬਣੇਗਾ। ਇਸੇ ਨੂੰ ਮੁੱਖ ਰੱਖਦਿਆਂ ਹੋਇਆਂ, ਲੰਮੀ ਸੋਚਦਿਆਂ ਪਿਆਰੇ ਭਾਈ ਦਇਆ ਸਿੰਘ ਅਤੇ 5 ਪਿਆਰੇ ਸਾਹਿਬਾਨਾਂ ਨੇ ਇਕੱਤਰਤ ਹੋ ਕੇ ਕਲਗੀਧਰ ਪਾਤਸ਼ਾਹ ਨੂੰ ਗੜੀ ਛੱਡ ਕੇ ਜਾਣ ਵਾਸਤੇ ਹੁਕਮ ਕੀਤਾ। ਮਹਾਰਾਜ ਜੀ ਨੇ ਕਿਹਾ, ਮੈਂ ਛੁਪ ਕੇ ਨਹੀਂ ਜਾਣਾ, ਮੈਂ ਵੰਗਾਰ ਪਾ ਕੇ ਜਾਣਾ। ਔਰ ਸਤਿਗੁਰੂ ਜੀ ਨੇ ਫਿਰ ਤਾੜੀ ਮਾਰ ਕੇ ਵੰਗਾਰ ਕੇ ਦੁਸ਼ਮਣ ਨੂੰ ਫਿਰ ਇਸ ਚਮਕੌਰ ਸਾਹਿਬ ਦੀ ਗੜੀ ਨੂੰ ਛੱਡ ਕੇ ਅੱਧੀ ਰਾਤ ਦੇ ਵਕਤ ਮਹਾਰਾਜ ਜਦੋਂ ਚਾਲੇ ਪਾਏ ਤੇ ਝਾੜ ਸਾਹਿਬ ਤੋਂ ਹੁੰਦੇ ਹੋਏ ਮਹਾਰਾਜ ਇਸ ਸਥਾਨ ਤੇ ਖੂਹ ਸਾਹਿਬ ਤੇ ਪਹੁੰਚੇ। ਇਸ ਖੂਹ ਸਾਹਿਬ ਦਾ ਜਿਹੜਾ ਇਤਿਹਾਸ ਹੈ, ਮਹਾਰਾਜ ਜੀ ਨੇ ਆ ਕੇ ਜਲ ਛਕਿਆ ਔਰ ਮੌਸਮ ਦਾ ਮੁਕਾਬਲਾ ਕਰਦੇ ਆਏ ਸਨ ਮਹਾਰਾਜ। ਪੋਹ ਦੀਆਂ ਠੰਡੀਆਂ ਰਾਤਾਂ ਔਰ ਦਾਤਾਰ ਪਿਤਾ ਦੇ ਚਰਨਾਂ ਵਿੱਚ ਜੰਗਲੀ ਰਸਤਾ ਹੋਣ ਕਰਕੇ ਸੂਲਾਂ ਵੀ ਚੁੱਭੀਆਂ ਸਨ, ਪੈਰਾਂ ਵਿੱਚੋਂ ਮਹਾਰਾਜ ਦੇ ਖੂਨ ਵੀ ਸਿਮ ਰਿਹਾ ਸੀ। ਫਿਰ ਵੀ ਮਹਾਰਾਜ ਜੀ ਦੀ ਆਤਮਿਕ ਅਡੋਲਤਾ ਸੀ। ਜਿਵੇਂ ਇੱਕ ਵਿਦਵਾਨ ਨੇ ਕੁਝ ਕਾਵ ਰਚਨਾ ਲਿਖੀ ਹੈ ਕਲਗੀਧਰ ਪਾਤਸ਼ਾਹ ਦੀ ਵਡਿਆਈ ਵਿੱਚ, ਜਦ ਗੜੀ ਵਿੱਚ ਚਮਕੌਰ ਦੇ ਜੰਗ ਹੋਇਆ ਭਾਰੀ, ਪੁੱਤ ਸ਼ਹੀਦੀ ਪਾ ਗਏ ਜਦ ਵਾਰੋ ਵਾਰੀ, ਗੁਰਾਂ ਆਪ ਮੈਦਾਨੇ ਜੰਗ ਵਿੱਚ ਜਾਣ ਦੀ ਕਰ ਲਈ ਤਿਆਰੀ, ਗੁਰੂ ਪੰਥ ਰੂਪ ਹੋ ਖਾਲਸੇ ਇਉਂ ਅਰਜ ਗੁਜ਼ਾਰੀ, ਜਿੰਦ ਜਾਨ ਹੈ ਆਪ ਦੀ ਇਮਾਨਤ ਭਾਰੀ, ਇਹਨੂੰ ਐਵੇਂ ਗਵਾਉਣ ਦੇ ਤੁਸੀਂ ਨਹੀਂ ਅਧਿਕਾਰੀ, ਚੱਲਿਆ ਪੀਰ ਹਿੰਦ ਦਾ ਗੁਰਾਂ ਤਾੜੀ ਮਾਰੀ। ਸੱਚੇ ਪਾਤਸ਼ਾਹ ਵੰਗਾਰ ਪਾ ਕੇ ਉਸ ਚਮਕੌਰ ਸਾਹਿਬ ਦੀ ਗੜੀ ਤੋਂ ਤਾੜੀ ਮਾਰ ਕੇ ਆਏ ਸਨ। ਇਸ ਖੂਹ ਸਾਹਿਬ ਤੇ ਆ ਕੇ ਮਹਾਰਾਜ ਜੀ ਨੇ ਜਲ ਛਕਿਆ। ਇਹ ਪਿਆਰ ਵਾਲੇ ਗੁਰਸਿੱਖ ਸਤਿਗੁਰੂ ਜੀ ਦੇ ਚਰਨ ਸੇਵਕ ਭਾਈ ਪੰਜਾਬਾ, ਭਾਈ ਗੁਲਾਬਾ, ਉਹਨਾਂ ਮਸੰਦਾ ਸਿੱਖਾਂ ਦਾ ਬਾਗ ਹੈ, ਜਿਸ ਬਾਗ ਦੀ ਸਿੰਚਾਈ ਵਾਸਤੇ ਉਹਨਾਂ ਨੇ ਇਹ ਖੂਹ ਲਾਇਆ ਹੋਇਆ ਸੀ। ਔਰ ਸੱਚੇ ਪਾਤਸ਼ਾਹ ਨੇ ਇੱਥੇ ਪਹਿਲਾਂ ਪਹੁੰਚ ਕੇ ਇੱਥੋਂ ਖੂਹ ਦੀ ਟਿੰਡ ਲੈ ਕੇ ਸਾਹਮਣੇ ਜੰਡ ਸਾਹਿਬ ਦੇ ਹੇਠਾਂ ਜਾ ਕੇ ਆਰਾਮ ਕੀਤਾ। ਐਸੇ ਦੀਨ ਦਿਆਲ ਪਾਤਸ਼ਾਹ ਸਤਿਗੁਰੂ ਨਵੇਕਲੇ ਪੂਰਨੇ ਪਾ ਰਹੇ ਸਨ। ਔਰ ਤਿੰਨਾਂ ਸਤਿਗੁਰਾਂ ਦਾ ਹਿਰਦਾ ਪੜ੍ਹੀਏ ਤੇ ਵਿਦਵਾਨ ਕਹਿੰਦਾ, ਹੱਥ ਵਿੱਚ ਸ਼ਮਸ਼ੀਰ ਨੂੰ ਲੈ ਕੇ, ਦਿਲ ਵਿੱਚ ਪੰਥ ਦੀ ਪੀੜ ਨੂੰ ਲੈ ਕੇ, ਰੱਖ ਕੇ ਸੁੱਤਾ ਟਿੰਡ ਸਿਰਹਾਣੇ,
ਮੈਂ ਵਾਰ ਕੇ ਆਇਆ ਤੇਰੇ ਭਾਣੇ, ਅਜੀਤ ਜੁਝਾਰ ਨੇ ਪਾਏ ਸ਼ਹੀਦੀ ਬਾਣੇ। ਕਿ ਉਹ ਸ਼ਹਾਦਤ ਦਾ ਜਾਮ ਪੀ ਗਏ ਨੇ ਲਖਤੇ ਜਿਗਰ, ਫਿਰ ਵੀ ਮਹਾਰਾਜ ਅਡੋਲ ਸਨ। ਸੱਚੇ ਪਾਤਸ਼ਾਹ ਇਸ ਧਰਤੀ ਨੂੰ ਭਾਗ ਲਾਉਣ ਵਾਸਤੇ ਔਰ ਪਿਆਰ ਵਾਲੇ ਭਾਈ ਪੰਜਾਬਾ ਭਾਈ ਗੁਲਾਬੇ ਨੂੰ ਦਰਸ਼ਨ ਦੇਣ ਵਾਸਤੇ, ਅਤੇ ਪਿਆਰ ਵਾਲੇ ਮਾਤਾ ਹਰਦਈ ਜੀ ਜੋ ਹਰ ਸਾਲ ਬਸਤਰ ਭੇਟ ਕਰਦੇ ਸਨ, ਉਹਨਾਂ ਕੋਲੋਂ ਆਪਣੇ ਬਸਤਰ ਪ੍ਰਵਾਨ ਕਰਾਉਣ ਵਾਸਤੇ ਇਸ ਸਥਾਨ 'ਤੇ ਆਏ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਚੋਜ ਬਿਆਨ ਤੋਂ ਬਾਹਰੇ ਨੇ, ਔਰ ਆਪਾਂ ਨੂੰ ਅੱਜ ਲੋੜ ਹੈ ਆਪਾਂ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਏ ਪੂਰਨਿਆਂ 'ਤੇ ਚੱਲੀਏ, ਬਾਣੀ ਤੇ ਬਾਣੇ ਦੇ ਧਾਰਨੀ ਹੋਈਏ। ਕਲਗੀਧਰ ਪਾਤਸ਼ਾਹ ਸਰਬੰਸਦਾਨੀ ਸਤਿਗੁਰੂ 8 ਪੋਹ ਦੀ ਰਾਤ ਨੂੰ ਇਸ ਮਾਛੀਵਾੜਾ ਸਾਹਿਬ ਦੇ ਜੰਗਲਾਂ ਦੇ ਵਿੱਚ ਮਹਾਰਾਜ ਜੀ ਪਹੁੰਚੇ। ਜਿਸ ਜੰਡ ਸਾਹਿਬ ਦੇ ਆਪਾਂ ਦਰਸ਼ਨ ਕਰ ਰਹੇ ਹਾਂ, ਹਰਿਆ ਭਰਿਆ ਜੰਡ ਸਾਹਿਬ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਟਿੰਡ ਦਾ ਸਰਾਣਾ ਲਾ ਕੇ ਇਸ ਜੰਡ ਸਾਹਿਬ ਦੇ ਹੇਠਾਂ ਆਰਾਮ ਕੀਤਾ। ਤਿੰਨਾਂ ਸਤਿਗੁਰਾਂ ਨੇ ਆਤਮਿਕ ਅਡੋਲਤਾ ਜਿਹੜੀ ਹੈ, ਅਵਸਥਾ ਹੈ, ਉਹ ਆਪਣੇ ਪਿਆਰ ਵਾਲੇ ਗੁਰਸਿੱਖਾਂ ਨਾਲ ਸਾਂਝੀ ਕੀਤੀ। ਜਦੋਂ ਤਿੰਨਾਂ ਗੁਰਸਿੱਖਾਂ ਦਾ ਇੱਥੇ ਮੇਲ ਹੋਇਆ, ਪੰਜਾਂ ਪਿਆਰਿਆਂ ਵਿੱਚੋਂ ਪਿਆਰੇ ਭਾਈ ਦਇਆ ਸਿੰਘ, ਪਿਆਰੇ ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਤਿੰਨਾਂ ਗੁਰਸਿੱਖਾਂ ਦਾ ਮਿਲਾਪ ਹੋਇਆ। ਉਹਨਾਂ ਨੇ ਪਿਆਰ ਭਾਵਨਾ ਨਾਲ ਮਹਾਰਾਜ ਜੀ ਦੇ ਚਰਨ ਪਰਸੇ। ਸਰੀਰਕ ਮਹਾਰਾਜ ਜੀ ਦੀ ਦਸ਼ਾ ਦੇਖੀ, ਪੈਰਾਂ ਵਿੱਚ ਸੂਲਾਂ ਚੁਭੀਆਂ ਹੋਈਆਂ ਸਨ ਅਤੇ ਸੱਚੇ ਪਾਤਸ਼ਾਹ ਦੇ ਪੈਰਾਂ ਵਿੱਚੋਂ ਖੂਨ ਵੀ ਸਿਮ ਰਿਹਾ ਸੀ। ਔਰ ਉਹਨਾਂ ਨੇ ਕਿਹਾ, ਮਹਾਰਾਜ ਅੱਜ ਤੁਹਾਡੇ ਕੋਲ ਕੁਝ ਵੀ ਨਹੀਂ। ਸਤਿਗੁਰੂ ਨੇ ਕਿਹਾ, ਮੇਰੇ ਕੋਲ ਸਭ ਕੁਝ ਹੈ। ਕਹਿਣ ਲੱਗੇ, ਮਹਾਰਾਜ ਤੁਹਾਡੇ ਕੋਲ ਕੀ ਹੈ? ਅਤੇ ਸਤਿਗੁਰੂ ਕਹਿੰਦੇ, ਮੇਰੇ ਹਿਰਦੇ ਵਿੱਚ ਚੜ੍ਹਦੀ ਕਲਾ ਹੈ, ਅਤੇ ਜਿਸ ਕੋਲ ਚੜ੍ਹਦੀ ਕਲਾ ਹੈ ਉਸ ਦੇ ਕੋਲ ਸਭ ਕੁਝ ਹੈ। ਕਲਗੀਧਰ ਪਾਤਸ਼ਾਹ ਨੇ ਉਸੇ ਚੜ੍ਹਦੀ ਕਲਾ ਨੂੰ ਵਰਣਨ ਕਰਨ ਵਾਸਤੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਆਤਮਿਕ ਅਡੋਲਤਾ, ਆਤਮਿਕ ਰਸ, ਆਤਮਿਕ ਖੇੜਾ ਜਿਹੜਾ ਹੈ ਅੰਦਰ ਦਾ, ਉਸ ਨੂੰ ਬਿਆਨ ਕੀਤਾ ਹੋਇਆ। ਖਿਆਲ ਪਾਤਸ਼ਾਹੀ 10ਵੀਂ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਜਾਰੜੇ ਦਾ ਸਾਨੂੰ ਸਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਕਲਗੀਧਰ ਪਾਤਸ਼ਾਹ ਦੀ ਆਤਮਿਕ ਅਡੋਲਤਾ ਹੈ। ਜਿਵੇਂ ਗੁਰਬਾਣੀ ਵਿੱਚ ਸਤਿਗੁਰੂ ਸਾਨੂੰ ਆਤਮਿਕ ਅਡੋਲਤਾ ਵਿੱਚ ਰਹਿਣ ਵਾਲਾ, ਹਰ ਵਕਤ ਉਸ ਪ੍ਰਮਾਤਮਾ ਨੂੰ ਯਾਦ ਕਰਦਾ ਹੈ ਔਰ ਦਾਤ ਸਮਝਦਾ। ਦੁੱਖ ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਵੀ ਦਾਤ ਤੇਰੀ ਦਾਤਾਰ। ਦੁੱਖ ਆਵੇ ਭੁੱਖ ਆਵੇ, ਉਸ ਨੂੰ ਵੀ ਦਾਤ ਸਮਝਦਿਆਂ ਹੋਇਆਂ ਉਸ ਦਾ ਸ਼ੁਕਰਾਨਾ ਕਰਦਾ ਹੈ। ਕਲਗੀਧਰ ਪਾਤਸ਼ਾਹ ਆਤਮਿਕ ਅਡੋਲਤਾ ਦੀ ਅਵਸਥਾ ਵਿੱਚ ਹਨ। ਕਿਸੇ ਪ੍ਰਕਾਰ ਉਹਨਾਂ ਦੇ ਮਨ ਅੰਦਰ ਕੋਈ ਖੌਫ ਨਹੀਂ ਹੈ। ਇੱਥੇ ਜੋ ਵਿਦਵਾਨ ਸੱਜਣ ਨੇ ਇੱਕ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਵਾਏ ਨੇ, ਕਵਿਤਾ ਲਿਖੀ ਹੈ, ਉਹ ਤੁਹਾਡੇ ਨਾਲ ਮੈਂ ਸਾਂਝੀ ਕਰਦਿਆਂ ਬੇਨਤੀ ਕਰਦੇ ਹਾਂ। ਵਿਦਵਾਨ ਲਿਖਦਾ, ਲੇਟਿਆ ਹੈ ਆਣ ਕੋਈ ਸੁੰਦਰ ਜਵਾਨ ਜੋਧਾ, ਲੇਟਿਆ ਹੈ ਆਣ ਕੋਈ ਸੁੰਦਰ ਜਵਾਨ ਜੋਧਾ, ਕਾਣ ਹੈ ਨਾ ਜਿਹਨੂੰ ਕਿਸੇ ਖੜੀ ਪਾਤਸ਼ਾਹੀ ਦੀ, ਆਨੰਦਪੁਰ ਦਾ ਵਾਸੀ ਕਰੇ ਜੰਗਲਾਂ ਨੂੰ ਹਾਸੀ ਪਿਆ, ਕੰਡਿਆਂ ਦੀ ਸੇਜ ਜਾਣੇ ਮਖਮਲ ਵਿਛਾਈ ਜੀ, ਹੱਥ ਵਿੱਚ ਸ਼ਮਸ਼ੀਰ ਨੰਗੀ, ਪਿਆਸੀ ਨਹੀਂ ਹੈ ਖੂਨ ਦੀ, ਇਹਦੇ ਵਿੱਚ ਲਿਸ਼ਕ ਹੈ ਜੱਗ ਦੀ ਭਲਾਈ ਦੀ, ਨਿਰਭਉ ਨਿਰਵੈਰ ਮੱਥੇ ਉੱਤੇ ਲਿਖਿਆ, ਚਿਹਰਾ ਹੈ ਕਿਤਾਬੇ ਨੂਰ ਪਾਕ ਪਾਤਸ਼ਾਹੀ ਦੀ। ਅਜੇ ਵੀ ਮਹਾਰਾਜ ਜੀ ਦੇ ਮੱਥੇ ਉੱਪਰ ਕੋਈ ਚਿੰਤਾ ਦੀ ਰੇਖਾ ਨਹੀਂ ਸੀ। ਅਜੇ ਵੀ ਮਹਾਰਾਜ ਉਸ ਪ੍ਰਮਾਤਮਾ ਦੇ ਸ਼ੁਕਰ ਵਿੱਚ ਹੀ ਸਨ, ਭਾਣੇ ਵਿੱਚ, ਰਜਾ ਵਿੱਚ ਸਨ। ਅਤੇ ਵਿਦਵਾਨ ਫਿਰ ਅਖੀਰ ਵਿੱਚ ਕਹਿੰਦਾ, ਭਾਗਾਂ ਵਾਲੀ ਨਦੀਏ ਕਿਨਾਰੇ ਤੇਰੇ ਕੌਣ ਆਵੇ, ਨਾ ਹੋ ਅਲਬੇਲੀ ਪਹਿਚਾਣ ਕੋਈ ਚਾਹੀਦੀ, ਸਹਿਜੇ ਜਾਈ ਨਾ ਜਗਾਈ, ਹੁਣੇ ਅੱਖ ਲੱਗੀ ਮੇਰੇ ਬਾਜਾਂ ਵਾਲੇ ਮਾਹੀ ਦੀ। ਕਲਗੀਧਰ ਪਾਤਸ਼ਾਹ ਆਪਣੀ ਆਤਮਿਕ ਅਡੋਲਤਾ ਨੂੰ ਇਸ ਸ਼ਬਦ ਵਿੱਚ ਵੀ ਬਿਆਨ ਕਰਦੇ ਨੇ, ਔਰ ਸਾਨੂੰ ਵੀ ਗੁਰਬਾਣੀ ਦੁਆਰਾ ਆਤਮਿਕ ਅਡੋਲਤਾ ਬਖਸ਼ ਕੇ ਗਏ ਨੇ। ਸਾਨੂੰ ਅੱਜ ਲੋੜ ਹੈ, ਅੱਜ ਜ਼ਰੂਰਤ ਹੈ, ਜਿੱਥੇ ਆਪਾਂ ਸਾਲਾਨਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਇਸ ਮਾਛੀਵਾੜਾ ਸਾਹਿਬ ਚਰਨ ਪਾਉਣ ਦੀ ਸਾਲਾਨਾ ਯਾਦ ਨੂੰ ਤਾਜ਼ਾ ਕਰਦੇ ਹਾਂ। ਆਉਣ ਵਾਲੇ ਦਿਨਾਂ ਦੇ ਵਿੱਚ 22 ਦਸੰਬਰ, 23 ਦਸੰਬਰ ਅਤੇ 24 ਦਸੰਬਰ ਨੂੰ ਮਹਾਨ ਵਿਸ਼ਾਲ ਗੁਰਮਤਿ ਸਮਾਗਮ ਹੋ ਰਹੇ ਹਨ।
ਵਿਸ਼ਾਲ ਨਗਰ ਕੀਰਤਨ ਹੋ ਰਹੇ ਹਨ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਵਡਿਆਈ ਕੀਤੀ ਜਾ ਰਹੀ ਹੈ। ਆਪਾਂ ਨੂੰ ਵੀ ਲੋੜ ਹੈ ਵੱਧ ਤੋਂ ਵੱਧ ਆਪਾਂ ਬਾਣੀ ਤੇ ਬਾਣੇ ਨਾਲ ਜੁੜੀਏ। ਬਾਣੀ ਪੜ੍ਹ ਕੇ ਅੰਮ੍ਰਿਤ ਵੇਲੇ ਜਾਗ ਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਦਿੱਤੀ ਹੋਈ ਜਿਹੜੀ ਸਿੱਖੀ ਹੈ, ਕਿਉਂਕਿ ਸਾਹਿਬਜ਼ਾਦੇ ਤਾਂ ਬਾਕੀ ਗੁਰੂ ਸਾਹਿਬਾਨਾਂ ਦੇ ਵੀ ਹਨ, ਉਹਨਾਂ ਨੂੰ ਅਸੀਂ ਅਰਦਾਸ ਵਿੱਚ ਚੇਤੇ ਨਹੀਂ ਕਰਦੇ। 4 ਸਾਹਿਬਜ਼ਾਦਿਆਂ ਨੂੰ ਅਸੀਂ ਅਰਦਾਸ ਵਿੱਚ ਚੇਤੇ ਕਰਦੇ ਹਾਂ, 5 ਪਿਆਰਿਆਂ, 4 ਸਾਹਿਬਜ਼ਾਦਿਆਂ, 40 ਮੁਕਤਿਆਂ, ਕਿਉਂਕਿ ਇਹਨਾਂ ਨੇ ਧਰਮ ਲਈ ਆਪਣੀ ਜਾਨ ਨਿਸ਼ਾਵਰ ਕੀਤੀ ਹੈ। ਕਲਗੀਧਰ ਪਾਤਸ਼ਾਹ ਦੇ 4 ਸਾਹਿਬਜ਼ਾਦੇ ਨੇ, ਦੋਨਾਂ ਨੇ ਮੈਦਾਨੇ ਜੰਗ ਵਿੱਚ ਜੂਝ ਕੇ ਸ਼ਹਾਦਤ ਦਿੱਤੀ ਹੈ। ਵੱਡੇ ਸਾਹਿਬਜ਼ਾਦਿਆਂ ਨੇ, ਛੋਟੇ ਸਾਹਿਬਜ਼ਾਦਿਆਂ ਨੇ ਸ਼ਾਂਤ ਰਹਿ ਕੇ ਨੀਹਾਂ ਵਿੱਚ ਚਿਣਵਾ ਕੇ ਧਰਮ ਲਈ, ਧਰਮ ਦੀ ਰੱਖਿਆ ਵਾਸਤੇ, ਸਿੱਖੀ ਸਿਦਕ ਨੂੰ ਬਚਾਉਣ ਵਾਸਤੇ, ਸਿੱਖੀ ਦੀਆਂ ਨੀਹਾਂ ਪੱਕੀਆਂ ਕਰਨ ਵਾਸਤੇ ਸ਼ਹਾਦਤਾਂ ਦਿੱਤੀਆਂ ਨੇ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਸਰਬੰਸਦਾਨੀ ਹਨ। ਤਿਨਾਂ ਦੇ ਇਸ ਸਥਾਨ ਤੇ ਆਪਾਂ ਦਰਸ਼ਨ ਕਰ ਰਹੇ ਹਾਂ। ਗੁਰੂ ਕਿਰਪਾ ਕਰਨ ਹਾਜ਼ਰੀਆਂ ਪ੍ਰਵਾਨ ਹੋਣ। ਬਾਣੀ ਤੇ ਬਾਣੇ ਦੇ ਧਾਰਨੀ ਹੋਈਏ ਜੀ। ਆਪਣਾ ਸਮਾਂ ਦਿੱਤਾ। ਉਮੀਦ ਇਹ ਰੱਖਾਂਗੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਤਦ ਤੱਕ ਲਈ ਮੈਨੂੰ ਜਾਨੀ ਹਰਵਿੰਦਰ ਖੰਨਾ ਤੋਂ ਇਜਾਜ਼ਤ ਦੇ ਦਿਓ। ਰਹਿਮਤ ਟੀਵੀ ਧੰਨਵਾਦ।